वचन तेरा अनमोल मसीहा, वचन तेरा अनमोल, वचन तेरा अनमोल मसीहा, वचन तेरा अनमोल। आप सबनों सलाम और जय मसीह की। ਥੈਂਕ ਯੂ ਫॉर ਜੋਇਨਿੰਗ ਅਸ। ਅੱਜ ਦਾ ਪ੍ਰੋਗਰਾਮ ਪ੍ਰੋਡਿਊਸ ਕਰਨ ਲਈ ਅਨਮੋਲ ਮੋਤੀ ਟੀਮ ਨੇ ਕੁਝ ਭੈਣਾਂ ਭਾਈਆਂ ਨੂੰ ਸਵਾਲ ਪੁੱਛਿਆ। ਹਾਂਜੀ ਪਾਸਟਰ ਜੀ, ਕੀ ਸਵਾਲ ਪੁੱਛਿਆ? ਪ੍ਰਭੂ ਯਿਸੂ ਮਸੀਹ ਜੀ ਇਸ ਦੁਨੀਆ ਵਿੱਚ ਕਿਉਂ ਆਏ? ਬਹੁਤ ਅੱਛੇ ਜਵਾਬ ਮਿਲੇ। ਇੱਕ ਭੈਣ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਜੀ ਇਸ ਦੁਨੀਆ ਵਿੱਚ ਸੱਚਾਈ ਪੇਸ਼ ਕਰਨ ਦੇ ਲਈ ਆਏ ਔਰ ਖਾਸ ਮਕਸਦ ਉਹਨਾਂ ਦਾ ਮਹਾਨ ਬਲੀਦਾਨ ਦੇਣ ਦੇ ਲਈ ਆਏ ਔਰ ਸ਼ੈਤਾਨ ਦੇ ਕੰਮਾਂ ਨੂੰ ਨਾਸ਼ ਕਰਨ ਦੇ ਲਈ ਆਏ ਜੀ। ਇੱਕ ਭਾਈ ਨੇ ਆਖਿਆ ਕਿ ਦੁਨੀਆ ਵਿੱਚ ਅੰਧੇਰੇ ਵਿੱਚ ਰੋਸ਼ਨੀ ਬਣ ਕੇ ਆਏ ਔਰ ਹਮੇਸ਼ਾ ਦੀ ਜ਼ਿੰਦਗੀ ਲੈ ਕੇ ਆਏ। ਹਾਂਜੀ ਪਾਸਟਰ ਜੀ, ਇੱਕ ਨੌਜਵਾਨ ਨੇ ਇਸ ਤਰ੍ਹਾਂ ਦੱਸਿਆ, ਇਸ ਦਾ ਜਵਾਬ ਦਿੱਤਾ ਕਿ ਉਹਨਾਂ ਦੇ ਪਾਸਟਰ ਇਸ ਤਰ੍ਹਾਂ ਕਹਿੰਦੇ ਹਨ ਕਿ ਪ੍ਰਭੂ ਯਿਸੂ ਮਸੀਹ ਜੀ ਉਹ ਜੀਵਨ ਜੀਣ ਲਈ ਆਏ ਜੋ ਅਸੀਂ ਨਹੀਂ ਜੀ ਸਕਦੇ ਸੀ ਔਰ ਉਹ ਮੌਤ ਮਰਨ ਨੂੰ ਆਏ ਜੋ ਸਾਨੂੰ ਮਰਨੀ ਚਾਹੀਦੀ ਸੀ। ਬਹੁਤ ਅੱਛਾ। ਮੈਨੂੰ ਇੱਕ ਸਵਾਲ ਦਾ ਜਵਾਬ ਬਹੁਤ ਇਸ ਤਰ੍ਹਾਂ ਮਿਲਿਆ। ਕਿਸ ਤਰ੍ਹਾਂ ਦਾ? ਤੁਸੀਂ ਹੈਰਾਨ ਹੋ ਜਾਣਾ ਕਿਸ ਤਰ੍ਹਾਂ ਦਾ। ਕਰੀਏ ਮੈਨੂੰ ਹੈਰਾਨ। ਜਦੋਂ ਮੈਂ ਉਹਨੂੰ ਸਵਾਲ ਪੁੱਛਿਆ ਤੇ ਉਹਨਾਂ ਨੇ ਆਖਿਆ, ਲਓ ਜੀ ਪਾਸਟਰ ਜੀ, ਇਹ ਤੁਸੀਂ ਕਿਸ ਤਰ੍ਹਾਂ ਦੇ ਪਾਸਟਰ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਯਿਸੂ ਮਸੀਹ ਜੀ ਇਸ ਦੁਨੀਆ ਵਿੱਚ ਕਿਉਂ ਆਏ? ਉਹਨਾਂ ਕਿਹਾ, ਪਾਸਟਰ ਜੀ ਬਾਈਬਲ ਪੜ੍ਹਿਆ ਕਰੋ। ਥੈਂਕ ਯੂ ਫॉर योर ਆਨਸਰਸ। ਅਨਮੋਲ ਮੋਤੀ ਆਪ ਜੀ ਦੇ ਬਹੁਤ ਧੰਨਵਾਦੀ ਹਨ। ਔਰ ਹਾਂ, ਯਿਸੂ ਜੀ ਇਹ ਸਭ ਕਾਰਨਾਂ ਲਈ ਆਏ, ਲੇਕਿਨ ਇੱਕ ਖਾਸ ਮਕਸਦ ਯਿਸੂ ਮਸੀਹ ਜਿਸ ਵਾਸਤੇ ਆਏ ਉਹ ਲੂਕਾ ਰਸੂਲ ਦੀ ਇੰਜੀਲ ਉਸ ਦਾ 19ਵਾਂ ਬਾਬ ਔਰ 10ਵੀਂ ਆਇਤ ਵਿੱਚ ਪ੍ਰਭੂ ਯਿਸੂ ਮਸੀਹ ਜੀ ਖੁਦ ਬਿਆਨ ਕਰਦੇ, ਜਿੱਥੇ ਉਹ ਕਹਿੰਦੇ ਆ ਕਿ ਮਨੁੱਖ ਦਾ ਪੁੱਤਰ ਪ੍ਰੇਮ ਜੀ ਗਵਾਚਿਆ ਹੋਇਆਂ ਨੂੰ ਲੱਭਣ ਅਤੇ ਬਚਾਉਣ ਲਈ ਆਇਆ ਹੈ। ਜੀ। ਅੰਜੀਲਾਂ ਵਿੱਚ ਬਹੁਤ ਦਫਾ ਦਰਜ ਹੈ ਕਿ ਯਿਸੂ ਵੱਡੇ ਤੇ ਮਹਾਪਾਪੀਆਂ ਦੇ ਕੋਲ ਜਾਂਦੇ ਅਤੇ ਉਹਨਾਂ ਨੂੰ ਤੌਬਾ ਦਾ ਸੰਦੇਸ਼ ਸੁਣਾਉਂਦੇ ਔਰ ਉਹਨਾਂ ਨੂੰ ਮਾਫੀ ਬਖਸ਼ਦੇ। ਇਸ ਦਾ ਇੱਕ ਅੱਛਾ ਐਗਜ਼ਾਮਪਲ ਹੈ ਜਦੋਂ ਯਿਸੂ ਮਸੀਹ ਜੀ ਜਾਣ ਬੁੱਝ ਕੇ ਸਾਮਰੀਆ ਨੂੰ ਜਾਂਦੇ ਔਰ ਸਾਮਰੀ ਔਰਤ ਔਰ ਸਾਮਰੀ ਲੋਕਾਂ ਨੂੰ ਮੁਕਤੀ ਦਾ ਪੈਗਾਮ ਤੇ ਸਿੱਖਿਆ ਦਿੰਦੇ। ਔਰ ਅੱਜ ਦਾ ਕਲਾਮ ਇਸ ਵਾਕਿਆ ਤੇ ਹੋਵੇਗਾ ਜਦੋਂ ਯਿਸੂ ਮਸੀਹ ਜੀ ਸਾਮਰੀਆ ਨੂੰ ਜਾਂਦੇ ਔਰ ਇਹ ਵਾਕਿਆ ਯਹੂਨਾ ਰਸੂਲ ਦੀ ਅੰਜੀਲ ਉਸ ਚੌਥਾ ਬਾਬ ਪਹਿਲੀ ਆਇਤ ਤੋਂ ਲੈ ਕੇ 26ਵੀਂ ਆਇਤ ਵਿੱਚ ਪਾਇਆ ਜਾਂਦਾ ਹੈ, ਜੋ ਮੈਂ ਚਾਹੂੰਗੀ ਆਪ ਜੀ ਆਪਣੀ ਬਾਈਬਲਸ ਲਓ ਔਰ ਉਸ ਨੂੰ ਪੜੋ। ਅੱਜ ਦੇ ਕਲਾਮ ਦਾ ਟਾਈਟਲ ਹੈ ਸਾਮਰੀ ਔਰਤ। ਮੈਂ ਖਾਸ ਗੱਲ ਆਪ ਜੀ ਦਾ ਧਿਆਨ ਲਗਾਉਣਾ ਚਾਹੁੰਦੀ ਹਾਂ ਚੌਥੀ ਵਰਸ ਤੇ। ਯਿਸੂ ਜੀ ਨੇ ਜ਼ਰੂਰੀ ਸਮਝਿਆ ਕਿ ਉਹ ਗਲੀਲ ਸਾਮਰੀਆ ਵਿੱਚ ਦੀ ਹੋ ਕੇ ਜਾਣ। ਪ੍ਰੇਮ ਜੀ, ਗਲੀਲ ਜਾਣ ਨੂੰ ਹੋਰ ਵੀ ਰਸਤੇ ਸਨ, ਪਰ ਯਿਸੂ ਜੀ ਨੇ ਕਿਉਂ ਜ਼ਰੂਰੀ ਸਮਝਿਆ ਕਿ ਉਹ ਸਾਮਰੀਆ ਵਿੱਚ ਦੀ ਹੋ ਕੇ ਜਾਣ? ਜੀ ਦੱਸਿਏ। ਸਾਮਰੀਆ ਉਹ ਜਗ੍ਹਾ ਸੀ ਜਿਸ ਨੂੰ ਕੱਟੜ ਜਾਂ ਅਬਜ਼ਰਵੈਂਟ ਯਹੂਦੀ ਬਹੁਤ ਨਫ਼ਰਤ ਕਰਦੇ ਸਨ ਔਰ ਇਸ ਨਫ਼ਰਤ ਤੇ ਕ੍ਰੋਧ ਦਾ ਕਾਰਨ ਇਹ ਸੀ ਕਿ ਸਦੀਆਂ ਪਹਿਲਾਂ 975 BC ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਸੋਲੋਮਨ ਬਾਦਸ਼ਾਹ ਦੀ ਮੌਤ ਤੋਂ ਬਾਅਦ ਜਿਹੜਾ ਇਸਰਾਇਲ ਮੁਲਕ ਸੀ ਉਹ ਦੋ ਹਿੱਸਿਆਂ ਵਿੱਚ ਵੰਡ ਹੋ ਚੁੱਕਿਆ ਸੀਗਾ, ਸਦਰਨ ਅਤੇ ਨਾਰਥਰਨ ਕਿੰਗਡਮ ਵਿੱਚ। ਸਦਰਨ ਕਿੰਗਡਮ ਦੇ ਵਿੱਚ ਦੋ ਕਬੀਲੇ ਵਸਦੇ ਸਨ, ਯਹੂਦਾ ਤੇ ਬੈਨਯਾਮਿਨ, ਔਰ ਉਹਨਾਂ ਦੋਨਾਂ ਨੂੰ ਰਲਾ ਕੇ ਕਿਹਾ ਜਾਂਦਾ ਸੀ ਯਹੂਦਾ। ਔਰ ਪ੍ਰੇਮ ਜੀ, ਉਹਨਾਂ ਦਾ ਕੈਪੀਟਲ ਜਰੂਸਲਮ ਸੀ ਔਰ ਬਾਕੀ ਜਿਹੜੇ 10 ਕਬੀਲੇ ਸੀ ਉਹ ਨਾਰਥਰਨ ਕਿੰਗਡਮ ਦੇ ਵਾਸੀ ਸਨ ਔਰ ਉਹਨਾਂ ਦਾ ਕੈਪੀਟਲ ਸਾਮਰੀਆ ਸੀ ਔਰ ਉਹਨਾਂ ਨੂੰ ਰਲਾ ਮਿਲਾ ਕੇ ਇਸਰਾਇਲ ਕਿਹਾ ਜਾਂਦਾ ਸੀ। ਫਿਰ 721 BC ਯਾਨੀ ਕਿ ਯਿਸੂ ਮਸੀਹ ਜੀ ਦੇ ਆਉਣ ਤੋਂ ਪਹਿਲਾਂ ਅਸੀਰੀਆ ਨੇ ਨਾਰਥਰਨ ਕਿੰਗਡਮ ਜਿੱਥੇ 10 ਕਬੀਲੇ ਵਾਸਤੇ ਸਨ, 10 ਕਬੀਲਿਆਂ ਦੇ ਚੜਾਈ ਕਰਕੇ ਉਹਨਾਂ ਨੂੰ ਜਿੱਤ ਲਿਆ ਔਰ ਉਹਨਾਂ ਨੂੰ ਫੜ ਕੇ ਲੈ ਗਏ। ਤਾਂ ਉਹਨਾਂ ਦੀ ਥਾਂ ਪ੍ਰੇਮ ਜੀ ਉਹਨਾਂ ਨੇ 5 ਈਸਟਰਨ ਟ੍ਰਾਈਬਸ ਜਿਹੜੀਆਂ ਸੀਗੀਆਂ ਉੱਥੇ ਜਿਨ੍ਹਾਂ ਦੇ ਆਪਣੇ ਦੇਵਤੇ ਸਨ ਔਰ ਜਿਨ੍ਹਾਂ ਦਾ ਕਲਚਰ, ਰੀਤ ਰਿਵਾਜ ਔਰ ਧਰਮ ਵਿਸ਼ਵਾਸ ਫਰਕ ਸਨ, ਉਹਨਾਂ ਨੂੰ ਸਾਮਰੀਆ ਵਿੱਚ ਲਿਆ ਕੇ ਵਸਾ ਦਿੱਤਾ। ਫਿਰ ਕੀ ਹੋਇਆ ਕਿ ਕੁਝ ਸਮਾਂ ਪਾ ਕੇ ਜਿਹੜੇ ਸਾਮਰੀਆ ਦੇ ਯਹੂਦੀ ਉੱਥੇ ਸੀਗੇ ਉਹਨਾਂ ਨੇ ਗੈਰ ਕੌਮਾਂ ਦੇ ਨਾਲ, ਇਹ ਜਿਹੜੀਆਂ 5 ਗੈਰ ਕੌਮਾਂ ਸੀ ਉਹਨਾਂ ਨਾਲ ਮੇਲ ਮਿਲਾਪ ਕਰਾ ਲਿਆ ਔਰ ਵਿਆਹ ਸ਼ਾਦੀਆਂ ਕਰ ਲਈਆਂ। ਔਰ ਉਹਨਾਂ ਦੇ ਪ੍ਰੇਮ ਜੀ ਉਹਨਾਂ ਨੇ ਖਾਸ ਗੱਲ ਇਹ ਕੀਤੀ ਕਿ ਉਹਨਾਂ ਦੇ ਰੀਤ ਰਿਵਾਜ
ਉਹਨਾਂ ਦੀ ਬੁੱਤ ਪ੍ਰਸਤੀ ਔਰ ਧਰਮ ਪੂਜਾ ਆਪਣੇ ਧਰਮ ਤੇ ਵਿਸ਼ਵਾਸ ਨਾਲ ਜੋੜ ਕੇ ਅਪਣਾ ਲਿਆ। ਜਿਸ ਤਰ੍ਹਾਂ ਕਹਿ ਲਈਏ ਵੀ ਉਹਨਾਂ ਨੇ ਇੰਟਰਫੇਥ ਬਣਾ ਲਿਆ। ਸਹੀ, ਹਾਂਜੀ। ਔਰ ਉਹਨਾਂ ਦੇ ਨਾਲ ਪ੍ਰੇਮ ਜੀ ਰਲ ਮਿਲ ਗਏ ਔਰ ਇਹਨਾਂ ਮਿਲੀਆਂ ਜੁਲੀਆਂ ਕੌਮਾਂ ਵਿੱਚੋਂ ਸਾਮਰੀ ਨਸਲ ਪੈਦਾ ਹੋਈ। ਫਿਰ ਅਸੀਂ ਦੇਖਦੇ ਕਿ ਸਾਮਰੀਆਂ ਨੇ 400 ਸਾਲ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਉਹਨਾਂ ਨੇ ਇੱਕ ਹੋਰ ਗੱਲ ਕੀਤੀ ਕਿ ਜਰੂਸਲਮ ਮੰਦਿਰ ਦੇ ਵਿਰੁੱਧ ਉਹਨਾਂ ਨੇ ਇੱਕ ਆਪਣਾ ਮੰਦਿਰ ਗੈਰਜ਼ੀ ਪਹਾੜ ਤੇ ਬਣਾ ਲਿਆ। ਔਰ ਇਸ ਤੋਂ ਇਲਾਵਾ ਜਿਹੜੇ ਸਾਮਰੀ ਲੋਕ ਸੀ ਉਹ ਪੂਰੇ ਪੁਰਾਣੇ ਐਹਦਨਾਮੇ ਨੂੰ ਨਹੀਂ ਮੰਨਦੇ ਸਨ। ਉਹ ਸਿਰਫ ਪਹਿਲੀਆਂ ਜੋ 5 ਕਿਤਾਬਾਂ ਹਨ ਉਹਨਾਂ ਨੂੰ ਹੀ ਮੰਨਦੇ ਸੀ ਔਰ ਉਹਨਾਂ ਨੂੰ ਹੀ ਪਾਕ ਸਮਝਦੇ ਸੀਗੇ। ਔਰ ਜਿਹੜੇ ਯਹੂਦੀ ਲੋਕ ਸੀ ਉਹ ਸਾਮਰੀਆਂ ਨੂੰ ਇੰਪਿਓਰ ਜਾਂ ਕਿ ਖਾਲਿਸ ਨਹੀਂ ਸਮਝਦੇ ਸੀ। ਉਹਨਾਂ ਨੂੰ ਘਟੀਆ ਤੇ ਨੀਚ ਸਮਝਦੇ ਸਨ ਔਰ ਉਹਨਾਂ ਨਾਲ ਕੋਈ ਸੰਬੰਧ ਨਹੀਂ ਰੱਖਦੇ ਸਨ। ਉਹ ਸੋਚਦੇ ਸਨ ਕਿ ਸਾਮਰੀ ਇੰਨੇ ਗਿਰੇ ਹੋਏ ਹਨ ਕਿ ਰੱਬ ਦੀ ਮਿਹਰਬਾਨੀ ਤੋਂ ਵੀ ਉਹ ਬਾਹਰ ਹਨ, ਕਿਉਂਕਿ ਉਹਨਾਂ ਨੇ ਆਪਣੀ ਕੌਮ ਤੇ ਆਪਣੇ ਧਰਮ ਨੂੰ ਧੋਖਾ ਦਿੱਤਾ। ਸੋ ਇਹਨਾਂ ਗੱਲਾਂ ਦੇ ਕਾਰਨ ਸਾਮਰੀਆ ਤੇ ਯਹੂਦੀਆਂ ਦੇ ਆਪਸ ਵਿੱਚ ਬਹੁਤ ਕਰੋਧ, ਨਫ਼ਰਤ ਤੇ ਡਾਢਾ ਵੈਰ ਸੀ। ਧਾਰਮਿਕ ਯਹੂਦੀ ਸਾਮਰੀਆ ਵਿੱਚ ਦੀ ਹੋ ਕੇ ਨਹੀਂ ਬਲਕਿ ਉਸ ਦੇ ਦੁਆਲੇ ਦੀ ਹੋ ਕੇ ਪ੍ਰੇਮ ਜੀ ਵੱਡਾ ਗੇੜਾ ਕੱਢ ਕੇ ਗਲੀਲ ਨੂੰ ਜਾਂਦੇ ਸਨ, ਕਿਉਂਕਿ ਉਹ ਸਾਮਰੀਆ ਦੇ ਵਿੱਚ ਆਪਣਾ ਕਦਮ ਵੀ ਨਹੀਂ ਧਰਨਾ ਚਾਹੁੰਦੇ ਸਨ। ਪਰ ਯਿਸੂ ਜੀ ਇਹ ਸਭ ਗੱਲਾਂ ਤੇ ਹਿਸਟਰੀ ਤੋਂ ਵਾਕਿਫ ਸਨ, ਪਰ ਫਿਰ ਵੀ ਉਹ ਆਪਣੀ ਮਿਸ਼ਨ ਨੂੰ ਪੂਰਾ ਕਰਨ ਲਈ ਸਾਮਰੀਆ ਜਾਣ ਦਾ ਫੈਸਲਾ ਕਰਦੇ ਹਨ, ਕਿਉਂਕਿ ਉਹ ਸਾਮਰੀਆ ਦੇ ਲੋਕਾਂ ਨੂੰ ਵੀ ਓਨਾ ਹੀ ਪਿਆਰ ਕਰਦੇ ਹਨ ਜਿੰਨਾ ਉਹ ਯਹੂਦੀਆਂ ਨੂੰ ਕਰਦੇ। ਯਿਸੂ ਮਸੀਹ ਦੇ ਮਨ ਵਿੱਚ ਉਹਨਾਂ ਦੇ ਪ੍ਰਤੀ ਕੋਈ ਕੌਮੀ, ਨਸਲੀ, ਜਾਤੀ ਨਫ਼ਰਤ, ਕ੍ਰੋਧ, ਕਰਵਾਟ ਬਿਲਕੁਲ ਨਹੀਂ ਸੀ। ਨੋਟ ਕਰੀਏ ਪ੍ਰੇਮ ਜੀ, ਆਪ ਨੂੰ ਵੀ ਤੁਸੀਂ ਜਾਣਦੇ ਹੋ ਕਿ ਯਿਸੂ ਨੇ ਯਹੂਦੀਆਂ ਨੂੰ ਇੱਕ ਨੇਕ ਸਾਮਰੀ ਦੀ ਕਹਾਣੀ ਦੱਸੀ ਔਰ ਉਸ ਨੂੰ ਇੱਕ ਰਾਸਤਬਾਜ਼, ਅੱਛਾ ਤੇ ਦਇਆਵਾਨ ਇਨਸਾਨ ਪੇਸ਼ ਕੀਤਾ। ਯਿਸੂ ਜੀ ਹਰ ਮਨੁੱਖ ਜਾਤੀ ਨੂੰ ਪਿਆਰ ਕਰਦੇ ਹਨ ਔਰ ਆਪਣਾ ਰਹਿਮ, ਫਜ਼ਲ ਔਰ ਨਜਾਤ ਸਭਨਾਂ ਨੂੰ ਆਫਰ ਕਰਦੇ ਹਨ। ਯਿਸੂ ਨੂੰ ਸਾਮਰੀ ਜਾਣਾ ਜ਼ਰੂਰੀ ਸੀ, ਕਿਉਂਕਿ ਉਹ ਜਾਣਦੇ ਸਨ ਕਿ ਸਾਮਰੀਆ ਵਿੱਚ ਇੱਕ ਸੁਕਾਰ ਨਾਮ ਦੀ ਜਗ੍ਹਾ ਹੈ ਜਿੱਥੇ ਯਾਕੂਬ ਦਾ ਖੂਹ ਹੈ। ਉੱਥੇ ਦੁਪਹਿਰ ਦੇ ਵਕਤ ਇੱਕ ਭਟਕੀ ਤੇ ਖੋਈ ਹੋਈ ਸਾਮਰੀ ਔਰਤ ਪਾਣੀ ਭਰਨ ਆਏਗੀ ਔਰ ਯਿਸੂ ਜੀ ਨੇ ਉਸ ਨੂੰ ਜ਼ਰੂਰ ਦੱਸਣਾ ਹੈ ਕਿ ਉਹ ਮਸਾਇਆ ਹੈ, ਖੁਦਾ ਦਾ ਪੁੱਤਰ ਹੈ, ਤਾਂ ਕਿ ਸਾਮਰੀ ਔਰਤ ਉਸ ਤੇ ਵਿਸ਼ਵਾਸ ਰੱਖ ਕੇ ਇੱਕ ਨया ਜੀਵਨ ਪਾਲੇ। ਔਰ ਇਹ ਅਪਾਇੰਟਮੈਂਟ ਰੱਖਣ ਲਈ ਯਿਸੂ ਜੀ ਔਰ ਉਸਦੇ ਚੇਲਿਆਂ ਨੇ ਤੜਕੇ ਉੱਠ ਕੇ ਬਹੁਤ ਲੰਬਾ ਤੇ ਕਠਿਨ ਸਫ਼ਰ ਪ੍ਰੇਮ ਜੀ ਪੈਦਲ ਚੱਲ ਕੇ ਤੈਅ ਕੀਤਾ। ਕੋਈ 6-7 ਘੰਟੇ ਚੱਲ ਕੇ ਬਹੁਤ ਥੱਕੇ ਤੇ ਆਏ ਤੇ ਭੁੱਖੇ ਨਾ 12 ਵਜੇ ਸੁਕਾਰ ਵਿੱਚ ਯਾਕੂਬ ਦੇ ਖੂਹੇ ਤੇ ਪਹੁੰਚ ਗਏ, ਜਿਸ ਵੇਲੇ ਧੁੱਪ ਬਹੁਤ ਸੀ। ਹਾਂਜੀ, ਚੇਲੇ ਖਾਣਾ ਲੈਣ ਵਾਸਤੇ ਚਲੇ ਗਏ, ਪਰ ਯਿਸੂ ਜੀ ਖੂਹੇ ਦੇ ਕਿਨਾਰੇ ਬੈਠ ਕੇ ਆਪਣੀ ਅਪਾਇੰਟਮੈਂਟ ਦਾ ਇੰਤਜ਼ਾਰ ਕਰਨ ਲੱਗੇ। ਕੁਸ਼ਲਿਆ ਜੀ, ਖੂਹੇ ਦੀ ਗੱਲ ਸੁਣ ਕੇ ਮੈਨੂੰ ਵੀ ਪਿਆਸ ਲੱਗ ਗਈ। ਮੈਂ ਥੋੜਾ ਪਾਣੀ ਪੀ ਲੈਣਾ, ਨਾਲੇ ਇੱਕ ਛੋਟਾ ਜਿਹਾ ਬ੍ਰੇਕ ਵੱਲ ਚੱਲਦੇ ਆ ਔਰ ਨਾਲ ਹੀ ਅਸੀਂ ਤੁਹਾਡੇ ਵਾਸਤੇ ਇੱਕ ਗੀਤ ਨਾਜ਼ਰੀਨ ਲੈ ਕੇ ਆਉਂਦੇ ਆ। ਉਮੀਦ ਹੈ ਤੁਹਾਨੂੰ ਪਸੰਦ ਆਏਗਾ। ਮੈਂ ਜਿਸ ਦਾ ਸਿਮਰਨ ਕਰਦੀ, ਮੈਂ ਜਿਸ ਦਾ ਸਿਮਰਨ ਕਰਦੀ, ਓ ਯਿਸੂ ਹੈ ਜਿਸ ਦੇ ਕਦਮੇ ਸਿਰ ਧਰਦੀ, ਓ ਯਿਸੂ ਹੈ। ਮੈਂ ਜਿਸ ਦਾ
पढ़दी, जिदे नाम दा कलमा पढ़दी, ओ यीशु है जिस दे कदमे से तरदी, ओ यीशु है मैं जिस दा सिमरन करदी, ओ यीशु है जिस दे कदमे से तरदी, ओ यीशु है, ओ यीशु है। जिन्ने मेरी खातिर खादी मार सिलोफां दी, ओदे हत्थ विच डोर है सारे ही परलोकां दी। जिन्ने मेरी खातिर खादी मार सिलोफां दी, ओदे हत्थ विच डोर है सारे ही परलोकां दी। जामा जिस दे बाजों मरदी, जामा जिस दे बाजों मरदी, ओ यीशु है जिस दे कदमे से तरदी, ओ यीशु है मैं जिस दा सिमरन करदी, ओ यीशु है जिस दे कदमे से तरदी, ओ यीशु है, ओ यीशु है। ਬ੍ਰੇਕ ਤੋਂ ਪਹਿਲੇ ਅਸੀਂ ਦੇਖਿਆ ਸੀ ਕਿ ਪ੍ਰਭੂ ਯਿਸੂ ਮਸੀਹ ਜੀ ਖੂਹੇ ਦੇ ਕਿਨਾਰੇ ਬੈਠ ਕੇ ਆਪਣੀ ਅਪਾਇੰਟਮੈਂਟ ਦਾ ਇੰਤਜ਼ਾਰ ਕਰਨ ਲੱਗੇ। ਆਓ ਹੁਣ ਅਸੀਂ ਅੱਗੇ ਵਧੀਏ। ਫਿਰ ਜਦੋਂ ਯਿਸੂ ਜੀ ਬੈਠੇ ਸੀ, ਫਿਰ ਇੱਕ ਔਰਤ ਪਾਣੀ ਭਰਨ ਆਈ। ਕੁਝ ਗੱਲਾਂ ਨੋਟ ਕਰੀਏ। ਆਮ ਤੌਰ ਤੇ ਔਰਤਾਂ ਇਕੱਠੀਆਂ ਹੋ ਕੇ ਪਾਣੀ ਭਰਨ ਆਇਆ ਕਰਦੀਆਂ ਔਰ ਆਪਸ ਵਿੱਚ ਹੀ ਗੱਲਬਾਤ ਕਰਦੀਆਂ ਔਰ ਜਾਣੀ ਕਿ ਸੋਸ਼ਲਾਈਜ਼ ਕਰਦੀਆਂ। ਦੂਸਰੀ ਗੱਲ ਇਹ ਹੈ ਕਿ ਪਾਣੀ ਭਰਨ ਦਾ ਵਕਤ ਸਵੇਰ ਜਾਂ ਸ਼ਾਮ ਦਾ ਵਕਤ ਜਦੋਂ ਸੂਰਜ ਢਲ ਜਾਂਦਾ, ਪਰ ਇਹ ਔਰਤ ਸਿਖਰ ਦੁਪਹਿਰ ਡਾਢੀ ਧੁੱਪ ਵਿੱਚ ਇਕੱਲੀ ਆਈ। ਇਸ ਤਰ੍ਹਾਂ ਲੱਗਦਾ ਹੈ ਕਿ ਇਸ ਔਰਤ ਦਾ ਕੋਈ ਸਮਾਜੀ ਤਾਲੁਕ ਨਹੀਂ ਸੀ, ਕਿਉਂਕਿ ਉਸ ਦਾ ਜੀਵਨ, ਉਸ ਦਾ ਚਾਲ ਚਲਨ ਦਰੁਸਤ ਨਹੀਂ ਸੀ। ਸ਼ਰਮਿੰਦਗੀ ਦੇ ਕਾਰਨ ਸ਼ਾਇਦ ਉਹ ਖੁਦ ਵੀ ਦੂਸਰਿਆਂ ਨਾਲ ਦੋਸਤੀ ਜਾਂ ਮੇਲ ਮਿਲਾਪ ਨਹੀਂ ਚਾਹੁੰਦੀ ਸੀ, ਕਿਉਂਕਿ 28ਵੀਂ ਆਇਤ ਸਾਨੂੰ ਦੱਸਦਾ ਹੈ ਕਿ ਇਹ ਔਰਤ 5 ਸ਼ਾਦੀਆਂ ਕਰ ਚੁੱਕੀ ਸੀ ਔਰ ਹੁਣ 6ਵੇਂ ਨੰਬਰ ਮਰਦ ਨਾਲ ਬਗੈਰ ਸ਼ਾਦੀ ਰਹਿ ਰਹੀ ਸੀ। ਉਹ ਪਾਪੀ ਹਾਲਤ ਵਿੱਚ ਸੀ। ਸਾਮਰੀ ਔਰਤ ਖੂਹੇ ਕੋਲ ਪਹੁੰਚੀ ਔਰ ਯਿਸੂ ਨੂੰ ਖੂਹੇ ਦੇ ਕਿਨਾਰੇ ਬੈਠੇ ਦੇਖਿਆ। ਉਸਨੇ ਸੋਚਿਆ, ਇਹ ਯਹੂਦੀ ਸਾਮਰੀਆ ਵਿੱਚ ਕੀ ਕਰਦਾ? ਉਹ ਇਸ ਵਕਤ ਆਏ ਕਿ ਕਿਸੇ ਦਾ ਸਾਹਮਣਾ ਨਾ ਕਰਨਾ ਪਵੇ। ਹੁਣ ਕੀ ਕਰੇ? ਔਰਤ ਨੇ ਸੋਚਿਆ, ਚਲੋ ਇਹ ਯਹੂਦੀ ਹੈ, ਮੈਨੂੰ ਨਹੀਂ ਜਾਣਦਾ, ਮੈਂ ਚੁੱਪਚਾਪ ਆਪਣਾ ਪਾਣੀ ਭਰਦੀ ਔਰ ਚਲਦੀ। ਔਰਤ ਨੇ ਜਦੋਂ ਪਾਣੀ ਨਿਕਾਲਿਆ ਤੇ ਆਪਣਾ ਮਟਕਾ ਭਰ ਲਿਆ ਤੇ ਯਿਸੂ ਨੇ ਉਸ ਤੋਂ ਪਾਣੀ ਦੀ ਮੰਗ ਕੀਤੀ। ਔਰਤ ਬਹੁਤ ਹੈਰਾਨ ਹੋਈ, ਕਿਉਂਕਿ ਯਹੂਦੀ ਆਦਮੀ, ਖਾਸ ਕਰਕੇ ਯਹੂਦੀ ਯਾਜਕ, ਇਕੱਲੀ ਤੇ ਅਣਜਾਣ ਔਰਤ ਨਾਲ ਕਦੀ ਵੀ ਗੱਲਬਾਤ ਨਹੀਂ ਕਰਦੇ ਸਨ। ਔਰ ਦੂਸਰੀ ਗੱਲ ਇਹ ਹੈ ਕਿ ਕੌਮੀ ਵੈਰ ਦਾ ਕਾਰਨ ਯਹੂਦੀ ਕਦੀ ਵੀ ਸਾਮਰੀਆ ਕੋਲੋਂ ਕੋਈ ਅਹਿਸਾਨ ਜਾਂ ਮੰਗ ਨਹੀਂ ਕਰਦੇ ਸਨ ਔਰ ਨਾ ਹੀ ਉਹਨਾਂ ਦੇ ਬਰਤਨਾਂ ਵਿੱਚੋਂ ਖਾਂਦੇ ਪੀਂਦੇ ਸਨ। ਯਿਸੂ ਦੀ ਇਸ ਸਾਦੀ ਮੰਗ ਨੇ ਔਰਤ ਦਾ ਧਿਆਨ ਖਿੱਚ ਲਿਆ ਔਰ ਜ਼ਾਹਿਰ ਕੀਤਾ ਕਿ ਯਿਸੂ ਦੀਆਂ ਨਜ਼ਰਾਂ ਵਿੱਚ ਸਭ ਇਨਸਾਨ ਇਕੁਅਲ ਹਨ, ਇੱਕ ਬਰਾਬਰ ਹਨ। ਔਰਤ ਨੇ ਯਿਸੂ ਨੂੰ ਜ਼ਰੂਰ ਪਾਣੀ ਦਿੱਤਾ ਹੋਵੇਗਾ ਤੇ ਕਹਿਣ ਲੱਗੀ ਕਿ ਤੂੰ ਯਹੂਦੀ ਹੋ ਕੇ ਸਾਮਰੀ ਕੋਲੋਂ ਕਿਉਂ ਪਾਣੀ ਮੰਗਦਾ ਹੈ? ਔਰਤ ਦਾ ਧਿਆਨ ਦੁਫਰਕੇ ਤੇ ਜਦਾਈਆਂ ਤੇ ਦੂਰੀਆਂ ਤੇ ਸੀ, ਤੇ ਪਰ ਯਿਸੂ ਜੀ ਉਸ ਦਾ ਧਿਆਨ
ਖੁਦਾ ਦੇ ਰਹਿਮ ਔਰ ਫਜ਼ਲ ਤੇ ਕਿਰਪਾ ਤੇ ਲਗਾਉਣਾ ਚਾਹੁੰਦੇ ਸਨ ਤੇ ਕਹਿਣ ਲੱਗੇ ਕਿ ਅਗਰ ਤੂੰ ਖੁਦਾ ਦੀ ਬਖਸ਼ਿਸ਼ ਨੂੰ ਜਾਣਦੀ। ਇੱਥੇ ਜ਼ਰਾ ਰੁਕੀਏ ਔਰ ਦੇਖੀਏ ਕਿ ਖੁਦਾ ਦੀ ਬਖਸ਼ਿਸ਼ ਕੀ ਹੈ। ਖੁਦਾ ਦੀ ਬਖਸ਼ਿਸ਼ ਕੋਈ ਛੋਟੀ ਕੋਈ ਮਾਮੂਲੀ ਚੀਜ਼ ਨਹੀਂ। ਖੁਦਾ ਦੀ ਬਖਸ਼ਿਸ਼ ਇਜ਼ ਦੀ ਅਨਸਪੀਕੇਬਲ ਗਿਫਟ। ਉਹ ਬਖਸ਼ਿਸ਼ ਜੋ ਬਿਆਨ ਤੋਂ ਬਾਹਰ ਹੈ। ਖੁਦਾ ਦੀ ਬਖਸ਼ਿਸ਼ ਉਸ ਦਾ ਇਕਲੌਤਾ ਔਰ ਪਾਕ ਬੇਟਾ ਹੈ ਜੋ ਇਨਸਾਨਾਂ ਨੂੰ ਰੂਹਾਨੀ ਮੌਤ ਤੋਂ ਬਚਾਉਣ ਲਈ ਦਿੱਤਾ ਗਿਆ ਹੈ ਔਰ ਜਿਸ ਵਿੱਚ ਪਾਪਾਂ ਦੀ ਮਾਫੀ, ਮੁਕਤੀ, ਸਦੀਵਕ ਜੀਵਨ ਪਾਇਆ ਜਾਂਦਾ ਹੈ। ਔਰ ਯਿਸੂ ਜੀ ਨੇ ਇਹ ਵੀ ਕਿਹਾ, ਅਗਰ ਤੂੰ ਜਾਣਦੀ ਉਹ ਕੌਣ ਹੈ ਜੋ ਤੇਰੇ ਤੋਂ ਪਾਣੀ ਮੰਗ ਰਿਹਾ ਹੈ। ਯਿਸੂ ਜੀ ਕਹਿ ਰਹੇ ਸਨ ਕਿ ਅਗਰ ਤੂੰ ਜਾਣਦੀ ਕਿ ਮੈਂ ਕੌਣ ਹਾਂ, ਅਗਰ ਤੂੰ ਮੇਰੀ ਕੁਵਤ, ਮੇਰੀ ਤਾਕਤ, ਮੇਰੇ ਪਾਪ ਬਖਸ਼ਣ ਦੀ ਸਾਮਰਥ, ਮੇਰੀ ਅਸਲੀਅਤ ਔਰ ਮੇਰੇ ਖੁਦਾਈ ਦਰਜੇ ਨੂੰ ਜਾਣਦੀ ਤੇ ਫਿਰ ਮੈਂ ਨਹੀਂ ਬਲਕਿ ਤੂੰ ਮੇਰੇ ਕੋਲੋਂ ਪਾਣੀ ਦੀ ਮੰਗ ਕਰਦੀ ਤੇ ਮੈਂ ਤੈਨੂੰ ਕੀ ਦਿੰਦਾ? ਜ਼ਿੰਦਗੀ ਦਾ ਪਾਣੀ ਦਿੰਦਾ। ਉਹ ਪਾਣੀ ਜੋ ਆਤਮਕ ਪਿਆਸ ਨੂੰ ਤ੍ਰਿਪਤ ਕਰਦਾ, ਜੋ ਗੁਨੇਗਾਰਾਂ ਦੀਆਂ ਜ਼ਿੰਦਗੀਆਂ ਨੂੰ ਧੋ ਕੇ ਨਿਖਾਰ ਦਿੰਦਾ ਔਰ ਆਤਮਾ ਵਿੱਚ ਸਮਾ ਕੇ ਹਮੇਸ਼ਾ ਦੀ ਜ਼ਿੰਦਗੀ ਦਾ ਚਸ਼ਮਾ ਬਣ ਕੇ ਪਾਕ ਰੂਹ ਦੇ ਜ਼ਰੀਏ ਫੁੱਟ ਕੇ ਬਾਹਰ ਆਉਂਦਾ, ਜਾਣੀ ਕਿ ਪਵਿੱਤਰ ਆਤਮਾ ਦੇ ਫਲ ਔਰ ਦੂਸਰਿਆਂ ਤੱਕ ਹਮੇਸ਼ਾ ਦੀ ਜ਼ਿੰਦਗੀ ਪਹੁੰਚਾਉਣ ਦਾ ਜਜ਼ਬਾ ਦਿੰਦਾ। A desire to witness to others। किसी ने बहुत अच्छे तरीके दे नाल किया कि अगर यीशु जी कह रहे सन कि अगर तू अपनी आत्मक प्यास, पानी दी मिठास और देन वाले दी रजामंदी नू जानदी ते तू उसते कदमी गिर के मंग करदी ते उस तो जिंदगी दा पानी पाउंदी। यीशु जी ये कह के अपने आप नू जाहिर कर रहे सन और मुक्ति ते पापां दी माफी औरत नू ऑफर कर रहे सन। पर औरत ਇਹ ਸਮਝ ਨਾ ਪਾਈ ਤੇ ਸਵਾਲਾਂ ਦੀ ਬਾਰਿਸ਼ ਕਰਕੇ ਕਹਿਣ ਲੱਗੀ ਯਿਸੂ ਨੂੰ ਕਿ ਤੇਰੇ ਪਾਸ ਪਾਣੀ ਭਰਨ ਲਈ ਕੁਝ ਨਹੀਂ ਹੈ, ਖੂਹਾਂ ਬਹੁਤ ਡੂੰਘਾ ਹੈ, ਫਿਰ ਜ਼ਿੰਦਗੀ ਦਾ ਪਾਣੀ ਕਿੱਥੋਂ ਆਇਆ? ਕੀ ਤੂੰ ਸਾਡੇ ਪਾਕ ਔਰ ਖੁਦਾਪਰਸਤ ਬਾਪ ਯਾਕੂਬ ਤੋਂ ਵੱਡਾ ਹੈ ਜਿਸ ਨੇ ਸਾਨੂੰ ਇਹ ਖੂਹ ਦਿੱਤਾ ਔਰ ਇੱਥੋਂ ਪਾਣੀ ਵੀ ਪੀਤਾ? ਯਿਸੂ ਨੇ ਜਵਾਬ ਵਿੱਚ ਕਿਹਾ ਕਿ ਜਿਹੜਾ ਇਹ ਪਾਣੀ ਪੀਂਦਾ ਉਹ ਫਿਰ ਪਿਆਸਾ ਹੁੰਦਾ। ਯਿਸੂ ਜੀ ਕਹਿ ਰਹੇ ਸਨ ਕਿ ਦੁਨਿਆਵੀ ਚੀਜ਼ਾਂ, ਦੁਨਿਆਵੀ ਰਿਸ਼ਤੇ ਥੋੜੀ ਦੇਰ ਲਈ ਇਨਸਾਨ ਨੂੰ ਸੈਟੀਸਫਾਈ ਜਾਂ ਤ੍ਰਿਪਤ ਜਾਂ ਤਸੱਲੀ ਬਖਸ਼ ਸਕਦੇ ਹਨ। ਪਰ ਇਸ ਦੇ ਨਾਲ ਹੀ ਯਿਸੂ ਨੇ ਇੱਕ ਵੱਡਾ ਦਾਅਵਾ ਕੀਤਾ ਤੇ ਕਿਹਾ, ਪਰ ਜੋ ਪਾਣੀ ਮੈਂ ਦਿੰਦਾ ਪੀਏਗਾ ਉਹ ਅਬਦੀ ਤੱਕ, ਜਾਣੀ ਕਿ ਕਦੀ ਵੀ ਪਿਆਸਾ ਨਾ ਹੋਵੇਗਾ। ਯਿਸੂ ਔਰਤ ਨੂੰ ਇੱਕ ਐਸਾ ਖੁਸ਼ਹਾਲ ਤੇ ਤਸੱਲੀ ਬਖਸ਼ ਜੀਵਨ ਆਫਰ ਕਰ ਰਹੇ ਸਨ ਜੋ ਜੱਗ ਉਸ ਨੂੰ ਨਹੀਂ ਦੇ ਸਕਿਆ ਔਰ ਨਾ ਹੀ ਦੇ ਸਕਦਾ ਸੀ। ਇਹ ਕਹਿ ਕੇ ਯਿਸੂ ਨੇ ਔਰਤ ਦਾ ਮਨ ਦੁਨਿਆਵੀ ਚੀਜ਼ਾਂ ਤੋਂ ਫੇਰ ਕੇ ਹਮੇਸ਼ਾ ਦੀ ਜ਼ਿੰਦਗੀ ਪਰ ਲਗਾਉਣਾ ਚਾਹਿਆ। ਜ਼ਿੰਦਗੀ ਦੇ ਪਾਣੀ ਬਾਰੇ ਸੁਣ ਕੇ ਔਰਤ ਬਹੁਤ ਇੰਟਰਸਟਿਡ ਹੋਈ, ਬਹੁਤ ਦਿਲਚਸਪ ਹੋਈ ਔਰ ਕਹਿਣ ਲੱਗੀ ਕਿ ਇਹ ਪਾਣੀ ਮੈਨੂੰ ਪਿਲਾਓ। ਇਸ ਮੋੜ ਤੇ ਯਿਸੂ ਨੇ ਬੜੀ ਨਿਮਰਤਾ ਅਤੇ ਬਗੈਰ ਦੋਸ਼ ਲਗਾਏ ਔਰਤ ਦਾ ਪਾਪ ਜ਼ਾਹਿਰ ਕੀਤਾ ਔਰ ਕਿਹਾ, ਜਾ ਆਪਣੇ ਪਤੀ ਨੂੰ ਬੁਲਾ ਲਿਆ। ਵਰਸ 16। ਔਰਤ ਦਾ ਮਨ ਨੂੰ ਇਹ ਗੱਲ ਚੁੱਭ ਗਈ ਔਰ ਉਸ ਨੂੰ ਜ਼ਰੂਰ ਉਸ ਦੇ ਗੁਨਾਹ ਦਾ ਅਹਿਸਾਸ ਹੋਇਆ ਤੇ ਕਹਿਣ ਲੱਗੀ ਕਿ ਮੇਰਾ ਪਤੀ ਨਹੀਂ ਹੈ। ਫਿਰ ਯਿਸੂ ਨੇ ਕਿਹਾ, ਤੂੰ ਸੱਚ ਕਿਹਾ ਕਿ ਤੇਰਾ ਪਤੀ ਨਹੀਂ ਹੈ। तू 5 पति कर चुकी और 6वां आदमी तेरा शौहर नहीं है। कुछ स्कॉलर्स की सोच यह है कि औरत दे 5 पति ਉਹ 5 ਕੌਮਾਂ ਤੇ ਉਹਨਾਂ ਦੇ ਦੇਵਤਿਆਂ ਨੂੰ ਰਿਪਰੈਜ਼ੈਂਟ ਕਰਦੇ ਹਨ ਜੋ ਸਾਮਰੀਆ ਵਿੱਚ ਵਸਾਏ ਸਨ ਔਰ ਜਿਨ੍ਹਾਂ ਨਾਲ ਸਾਮਰੀਆ ਨੇ ਸ਼ਾਦੀਆਂ ਕਰ ਲਈਆਂ ਸਨ। ਔਰਤ ਖੁਦ ਸਾਮਰੀਆ ਅਤੇ ਸਾਮਰੀਆ ਦੇ ਲੋਕਾਂ ਨੂੰ ਰਿਪਰੈਜ਼ੈਂਟ ਕਰ ਰਹੀ ਸੀ ਔਰ 6ਵਾਂ ਆਦਮੀ ਜੋ ਸਹੀ ਤਰੀਕੇ ਨਾਲ ਔਰਤ ਦਾ ਪਤੀ ਨਹੀਂ ਸੀ, ਸਾਮਰੀਆ ਦੇ ਮਜ਼ਹਬ ਨੂੰ ਰਿਪਰੈਜ਼ੈਂਟ ਕਰ ਰਿਹਾ ਸੀ ਜੋ ਅਸਲੀ ਨਹੀਂ ਬਲਕਿ ਦੂਸਰੇ ਧਰਮਾਂ ਨਾਲ ਰਲਿਆ ਮਿਲਿਆ ਸੀ। ਹੋ ਸਕਦਾ ਔਰਤ ਇਸ ਮੈਟਾਫਰ ਨੂੰ ਸਮਝ ਗਈ ਹੋਵੇ ਔਰ ਜਾਣ ਗਈ ਹੋਵੇ ਕਿ ਯਿਸੂ ਉਸ ਨੂੰ ਰੂਹਾਨੀ ਗੱਲਾਂ ਔਰ ਸਹੀ ਮਜ਼ਹਬ ਬਾਰੇ ਸਮਝਾ ਰਹੇ ਹਨ। ਜਾਂ ਦੂਸਰੇ ਤੌਰ ਤੇ ਔਰਤ ਆਪਣੇ ਜੀਵਨ ਦੀ ਸੱਚਾਈ ਔਰ ਭੇਤ ਸੁਣ ਕੇ ਜਾਣ ਗਈ ਹੋਵੇ ਕਿ ਯਿਸੂ ਕੋਈ ਸਧਾਰਨ ਯਹੂਦੀ ਨਹੀਂ ਬਲਕਿ ਖਾਸ ਨਬੀ ਹਨ ਜਿਸ ਨੂੰ ਗਹਿਰੀਆਂ ਰੂਹਾਨੀ ਗੱਲਾਂ ਦਾ ਗਿਆਨ ਹੈ। ਫਿਰ ਔਰਤ ਨੇ ਯਿਸੂ ਨੂੰ ਥੀਓਲੋਜੀਕਲ ਜਾਂ ਰੂਹਾਨੀ ਸਵਾਲ ਪੁੱਛੇ ਜਿਨ੍ਹਾਂ ਉੱਤੇ ਧਿਆਨ ਕਰਨ ਦਾ ਹੁਣ ਵਕਤ ਨਹੀਂ ਹੈ। ਯਿਸੂ ਨੇ ਇਸ ਗੱਲਬਾਤ ਦੇ ਦੌਰਾਨ ਔਰਤ ਨੂੰ ਖੁਦਾਈ ਸਿੱਖਿਆ ਦਿੱਤੀ,
उसकी आत्मक अनजानी और पापी हालत विखाई और एहसास करवाया कि उसनू माफ़ी ते मुक्ति की लोड़ है। आखिर विच औरत समझ गई ते कहन लगी कि जदों मसीहा आएगा वो सानू सब कुछ समझाएगा। औरत आने वाले मसीहा ते विश्वास करदी सी जो सामरिया के मुताबिक बेहाली लियावेगा, दोषियां ले दुआ करेगा और उन्हां नू बचावेगा, यानी कि पापियां नू पापां तो छुटकारा देवेगा। इस पॉइंट ते यसू जी ने अपने आप नू जाहिर किया और क्या मैं जो तेरे नाल गल करदा हां ओही हूं। इस समय चेले वापस आ गए और यसू नाल गलबात खत्म हो गई। औरत ने यसू का विश्वास किया और बेहद खुशी नाल भर गई कि यसू ने उसनू जो वड्डी पापण और समाज तो आराध की हुई औरत सी इस लायक समझा कि अपने मसीहा होने का भेद उसते जाहिर किया। हुण वो पापण ते शर्मिंदा नहीं महसूस करती क्योंकि यसू ने जिस तरह की भी ओसी उसनू कबूल किया और उसनू माफ़ी ते मुक्ति का पैगाम दिता। प्रेज़ गॉड। औरत का मन हुण रूहानी गल्लां ते लग गया और वो अपना घड़ा खूहे ते छड्ड के दूसरियां नू मसीहा बारे दस्सण लई दौड़ गई।
ਸਾਮਰੀ ਲੋਕ ਔਰਤ ਦੀ ਗਵਾਹੀ ਸੁਣ ਕੇ ਯਿਸੂ ਕੋਲ ਆਏ ਔਰ ਯਿਸੂ ਨੂੰ ਉੱਥੇ 2 ਦਿਨ ਰਹਿਣ ਲਈ ਮਜਬੂਰ ਕੀਤਾ ਔਰ ਸਭ ਤੋਂ ਪਹਿਲਾਂ ਸਾਮਰੀਆ ਦੇ ਲੋਕਾਂ ਨੇ ਯਿਸੂ ਨੂੰ ਦੁਨੀਆ ਦਾ ਮੁਕਤੀਦਾਤਾ ਕਬੂਲ ਕੀਤਾ। ਇਹਨਾਂ 2 ਦਿਨਾਂ ਵਿੱਚ ਸਾਮਰੀ ਔਰਤ ਨੇ ਯਿਸੂ ਦੀ ਸਿੱਖਿਆ ਨੂੰ ਸੁਨਿਆ ਹੋਵੇਗਾ ਔਰ ਬਪਤਿਸਮਾ ਵੀ ਲਿਆ ਹੋਵੇਗਾ ਔਰ ਆਪਣਾ ਚਾਲ ਚੱਲਣ ਦਰੁਸਤ ਕਰਕੇ ਯਿਸੂ ਦੀ ਵਫਾਦਾਰ ਸੇਵਕ ਅਤੇ ਸੱਚੀ ਪ੍ਰਸਤਿਸ਼ਗਾਰ ਬਣ ਗਈ। ਬਲੈਸ ਯੂ। हालेलुया सदा गाएंगे गाएंगे हम प्रभु यीशु के लिए हालेलुया ਸਮੀਨ ਆइए ਅੱਜ ਦੇ ਲੈਸਨ ਤੋਂ ਅਸੀਂ ਕੁਝ ਸਬਕ ਸਿੱਖੀਏ। ਜੀ ਕੁਸ਼ਲਿਆ ਜੀ। ਹਾਂਜੀ ਪ੍ਰੇਮ ਜੀ, ਸਭ ਤੋਂ ਮਹਾਨ ਤੇ ਵੱਡਾ ਸਬਕ ਸਾਨੂੰ ਇਹੀ ਇਸ ਮੁਲਾਕਾਤ ਤੋਂ ਮਿਲਦਾ ਹੈ ਜੀ ਕਿ ਪ੍ਰਭੂ ਯਿਸੂ ਮਸੀਹ ਦੀਆਂ ਨਜ਼ਰਾਂ ਵਿੱਚ ਦੁਨੀਆ ਦੀ ਹਰ ਇੱਕ ਕੌਮ, ਨਸਲ ਔਰ ਹਰ ਇੱਕ ਇਨਸਾਨ, ਚਾਹੇ ਉਹ ਵੱਡਾ ਤੋਂ ਵੱਡਾ ਪਾਪੀ ਹੋਵੇ, ਖੁਦਾਵੰਦ ਦੀਆਂ ਨਜ਼ਰਾਂ ਵਿੱਚ ਵੈਲਿਊਬਲ ਔਰ ਕੀਮਤੀ ਹਨ ਔਰ ਯਿਸੂ ਜੀ ਸਭਨਾਂ ਨੂੰ ਆਪਣੀ ਮੁਕਤੀ ਔਰ ਮਾਫੀ ਆਫਰ ਕਰਦੇ ਹਨ। ਜੀ ਇਹ ਵੀ ਜਾਣਨਾ ਜਿਸ ਤਰ੍ਹਾਂ ਉਹਨਾਂ ਨੇ ਸਾਮਰੀ ਔਰਤ ਲਈ ਇੱਕ ਕਠਿਨ ਸਫ਼ਰ ਤੈਅ ਕੀਤਾ, ਉਸ ਤੱਕ ਪਹੁੰਚਣ ਲਈ ਯਿਸੂ ਜੀ ਨੇ ਸਭਨਾਂ ਨੇ ਇੱਕ ਮਾਫੀ ਲਈ ਦੇਣ ਲਈ ਦਰਦਨਾਕ ਔਰ ਕਠਿਨ ਸਫ਼ਰ ਤੈਅ ਕੀਤਾ। ਉਹ ਅਸਮਾਨ ਨੂੰ ਛੱਡ ਕੇ ਧਰਤੀ ਤੇ ਆਏ। ਉਹਨਾਂ ਨੇ ਦੁੱਖ ਜ਼ੁਲਮ ਸਹਿ ਕੇ ਸਲੀਬ ਤੇ ਕੁਰਬਾਨ ਹੋ ਗਏ। ਜੀ ਇਨਸਾਨ ਪ੍ਰੇਮ ਜੀ ਇੱਕ ਦੂਸਰਿਆਂ ਦੀਆਂ ਗਲਤੀਆਂ ਤੇ ਪਾਪਾਂ ਨੂੰ ਪਰਖ ਕੇ ਉਹਨਾਂ ਤੇ ਦੋਸ਼ ਲਗਾ ਦਿੰਦੇ ਹਨ ਪਰ ਖੁਦਾਵੰਦ ਜੀ ਇਨਸਾਨ ਦੀ ਚੋਟ ਤੇ ਟੁੱਟੇ ਹੋਏ ਦਿਲ ਨੂੰ ਦੇਖ ਕੇ ਮਿਹਰਬਾਨ ਹੁੰਦੇ ਹਨ। ਔਰ ਦੂਸਰਾ, ਤੁਹਾਡੇ ਉੱਤੇ ਸਮੀਨ ਔਰ ਮੇਰੇ ਉੱਤੇ ਜੋ ਮਸੀਹਾ ਦਾ ਭੇਦ ਹੈ, ਜੋ ਸਾਮਰੀ ਔਰਤ ਔਰ ਸਾਮਰੀਆ ਤੇ ਪਰਮੇਸ਼ਰ ਨੇ ਖੋਲਿਆ, ਉਹ ਅੱਜ ਤੁਹਾਡੇ ਤੇ ਵੀ ਖੋਲਣਾ ਚਾਹੁੰਦੇ ਨੇ। ਅਗਰ ਤੁਸੀਂ ਉਸ ਦੇ ਵਿੱਚ ਯਕੀਨ ਕਰੋ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਿ ਉਹ ਸਾਡੇ ਪਾਪਾਂ ਦੇ ਲਈ ਆਏ, ਸਾਡੇ ਪਾਪਾਂ ਦੇ ਲਈ ਮੋਏ, ਤਾਂ ਸਾਡੇ ਜ਼ਿੰਦਗੀ ਦੇਣ ਦੇ ਲਈ ਆਏ। ਉਹ ਪਰਮੇਸ਼ਰ ਹਨ ਜੋ ਸ਼ਬਦ ਦੇ ਤਾਰੀ ਹੋ ਕੇ ਇਸ ਦੁਨੀਆ ਵਿੱਚ ਆਏ। ਅਗਰ ਤੁਸੀਂ ਮੰਨ ਲਓ ਔਰ ਇਕਰਾਰ ਕਰੋ, ਤੋਬਾ ਕਰੋ, ਤਾਂ ਹਮੇਸ਼ਾ ਦੀ ਜ਼ਿੰਦਗੀ ਪਾਓਗੇ। ਜੀ ਕੁਸ਼ਲਿਆ ਜੀ। प्यारे व्यूअर्स, शायद आपका जीवन गलतियां ते पाप नाल बिगड़ चुका है। शायद आपनू लगता है कि आप माफी या मुक्ति दे योग नहीं, पर कोई है जो आपकी परवाह और आपनू कीमती समझदा है। ਉਹ ਪ੍ਰਭੂ ਯਿਸੂ ਮਸੀਹ ਹਨ। ਯਿਸੂ ਅੱਜ ਵੀ ਪਾਪੀਆਂ ਤੇ ਭਟਕੇ ਹੋਇਆਂ ਨੂੰ ਭਾਲਦੇ ਅਤੇ ਮਾਫੀ ਤੇ ਨਜਾਤ ਬਖਸ਼ਦੇ ਹਨ। Remember, Jesus knows the worst about you and believes the best. ਉਸ ਤੇ ਵਿਸ਼ਵਾਸ ਰੱਖੋ, ਉਸ ਤੇ ਮੰਨ ਲਓ ਔਰ ਉਸ ਤੋਂ ਇੱਕ ਨया ਜੀਵਨ ਪਾਓ। ਖੁਦਾ ਜੀ ਆਪ ਜੀ ਨੂੰ ਬੜੀ ਬਰਕਤ ਦੇਣ, ਆਪ ਦੇ ਸਾਥ ਹੋਣ, ਆਪ ਨੂੰ ਸਲਾਮਤ ਰੱਖਣ। Thank you for watching us and we hope you were blessed. ਆਪ ਸਭ ਨੂੰ ਸਲਾਮ ਔਰ ਜੈ ਮਸੀਹ ਕੀ। वचन तेरा अनमोल मसीहा वचन तेरा अनमोल वचन